ਬਾਪ ਬੇਟਾ ਤੇ ਰੂਪਾ ਨਾਂ ਤੇ ਆਮੇਨ। ਸਭ ਭੈਣ ਭਰਾ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਸਾਨੂੰ ਅੱਜ ਦਾ ਦਿਨ ਤਾਂ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਉਸ ਦੀ ਮਹਿਮਤ ਤੇ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਜਣ ਕੇ ਦੁਆ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ ਔਰ ਸੁਣੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿਤਰ ਬਾਈਬਲ ਚੋਂ ਉਤਪਤ ਦਾ ਗ੍ਰੰਥ ਚੈਪਟਰ 44 18 ਤੋਂ 21 ਆਇਤਾਂ 23 ਤੋਂ 29 ਆਇਤਾਂ ਦੇ ਵਚਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਰ ਇਸ ਤੋਂ ਬਾਅਦ ਚੈਪਟਰ 45 ਵਰਸਸ 1 till 5 ਜੋ ਵੀ ਵਚਨ ਹਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੈਨਸਿਸ ਚੈਪਟਰ 44 ਵਰਸਸ 18 till 21 and 23 till 29. Chapter 45 verses 1 till 5. Judah speaks for his brothers. ਮੈਂ ਪ੍ਰੇਮ ਪ੍ਰਭੂ ਇਹਨਾਂ ਵਚਨ ਦੱਸਿਆ ਗਿਆ ਕਿ ਜਦੋਂ ਯਾਕੂਬ ਦੇ ਪੁੱਤਰਾਂ ਨੇ ਆਪਣੇ ਛੋਟੇ ਭਰਾ ਬੈਂਜਾਮਿਨ ਨੂੰ ਯੂਸੁਫ ਦੇ ਕੋਲ ਲੈ ਕੇ ਆਏ, ਯੂਸੁਫ ਨੇ ਨੌਕਰਾਂ ਨੂੰ ਕਿਹਾ ਇਹਨਾਂ ਨੂੰ ਅਨਾਜ ਦੇ ਕੇ ਇਹਨਾਂ ਦੇ ਪੈਸੇ ਵੀ ਵਾਪਸ ਥੈਲਿਆਂ ਵਿੱਚ ਰੱਖ ਦੇਣੇ ਅਤੇ ਛੋਟੇ ਭਰਾ ਦੇ ਥੈਲੇ ਵਿੱਚ ਮੇਰਾ ਚਾਂਦੀ ਦਾ ਪਿਆਲਾ ਵੀ ਰੱਖ ਦੇਣਾ। ਅਤੇ ਬਾਅਦ ਵਿੱਚ ਤੁਸੀਂ ਉਹਨਾਂ ਦੇ ਪਿੱਛੇ ਜਾ ਕੇ ਕਹਿਣਾ ਕਿ ਤੁਸੀਂ ਅਨਾਜ ਦੇ ਨਾਲ ਪੈਸੇ ਅਤੇ ਸਾਡੇ ਮਾਲਕ ਦਾ ਚਾਂਦੀ ਦਾ ਪਿਆਲਾ ਵੀ ਚੋਰੀ ਕੀਤਾ ਹੈ। ਯੂਸੁਫ ਨੇ ਨੌਕਰਾਂ ਨੂੰ ਕਿਹਾ ਜਿਸ ਕੋਲ ਪਿਆਲਾ ਨਿਕਲੇ, ਪੈਸੇ ਥੈਲੇ ਵਿੱਚੋਂ ਨਿਕਲਣ, ਉਹਨਾਂ ਨੂੰ ਗੁਲਾਮ ਬਣਾਇਆ ਜਾਵੇਗਾ। ਤਲਾਸ਼ੀ ਲੈਣ ਨਾਲ ਪਿਆਲਾ ਬੈਂਜਾਮਿਨ ਦੇ ਬੋਰੇ ਵਿੱਚੋਂ ਨਿਕਲਿਆ। ਉਹ ਸਾਰੇ ਭਰਾ ਉਸੇ ਹਾਲਤ ਵਿੱਚ ਉਹ ਯੂਸੁਫ ਕੋਲ ਆ ਕੇ ਬੇਨਤੀਆਂ ਕਰਨ ਲੱਗੇ ਕਿ ਅਸੀਂ ਇਸ ਦੇ ਬਾਰੇ ਕੁਝ ਨਹੀਂ ਜਾਣਦੇ। ਪਰਮੇਸ਼ਰ ਨੇ ਸਾਡੇ ਪਾਪਾਂ ਨੂੰ ਨੰਗਾ ਕਰ ਦਿੱਤਾ ਹੈ। ਯਹੂਦਾ ਨੇ ਉਹ ਯੂਸੁਫ ਨੂੰ ਕਿਹਾ, ਮਾਲਿਕ, ਅਸੀਂ ਸਭ ਤੇਰੇ ਗੁਲਾਮ ਬਣਨ ਲਈ ਤਿਆਰ ਹਾਂ, ਸਿਵਾਏ ਇਸ ਛੋਟੇ ਭਰਾ ਦੇ, ਕਿਉਂਕਿ ਸਾਡਾ ਪਿਤਾ ਇਸ ਨੂੰ ਬਹੁਤ ਪਿਆਰ ਕਰਦਾ ਹੈ। ਸਾਡੇ ਪਿਤਾ ਦੇ ਬੁਢਾਪੇ ਵਿੱਚ ਇਹ ਸਾਡਾ ਭਰਾ ਪੈਦਾ ਹੋਇਆ ਸੀ। ਇਸ ਦਾ ਦੂਜਾ ਭਰਾ ਜੰਗਲੀ ਜਾਨਵਰਾਂ ਨੇ ਮਾਰ ਦਿੱਤਾ ਸੀ। ਯਹੂਦਾ ਨੇ ਯੂਸੁਫ ਨੂੰ ਕਿਹਾ, ਮੇਰੇ ਮਾਲਿਕ, ਮੈਂ ਤੁਹਾਡਾ ਗੁਲਾਮ ਬਣਨ ਲਈ ਤਿਆਰ ਹਾਂ। ਇਸ ਸਾਡੇ ਛੋਟੇ ਭਰਾ ਨੂੰ ਸਾਡੇ ਪਿਤਾ ਕੋਲ ਜਾਣ ਦਿਓ, ਨਹੀਂ ਤਾਂ ਉਹ ਇਸ ਤੋਂ ਬਿਨਾਂ ਮਰ ਜਾਵੇਗਾ। ਯਹੂਦਾ ਅਤੇ ਉਸਦੇ ਭਰਾਵਾਂ ਨੇ ਆਪਣੇ ਭਰਾ ਯੂਸੁਫ ਨਾਲ ਗਲਤ ਵਰਤਾਓ ਕਰਨ ਤੇ ਪਛਤਾਵਾ ਕੀਤਾ। ਪਰਮੇਸ਼ਰ ਸਾਡੇ ਜੀਵਨ ਵਿੱਚ ਵੀ ਪੂਰੀ ਤਰ੍ਹਾਂ ਤਬਦੀਲੀ ਲਿਆ ਸਕਦਾ ਹੈ ਜੇਕਰ ਅਸੀਂ ਆਪਣੇ ਪਾਪਾਂ ਤੋਂ ਪਛਤਾਵਾ ਕਰਦੇ ਹਾਂ। ਯੂਸੁਫ ਨੇ ਆਪਣੇ ਭਰਾਵਾਂ ਵੱਲੋਂ ਸਭ ਕੁਝ ਸੁਣ ਲਿਆ ਅਤੇ ਨੌਕਰਾਂ ਨੂੰ ਯੂਸੁਫ ਨੇ ਬਾਹਰ ਕੱਢ ਦਿੱਤਾ। ਯੂਸੁਫ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪ੍ਰਗਟ ਕੀਤਾ। ਉਸਨੇ ਕਿਹਾ, ਮੈਂ ਹੀ ਯੂਸੁਫ ਹਾਂ, ਕੀ ਮੇਰਾ ਪਿਤਾ ਜਿਉਂਦਾ ਹੈ? ਉਸਨੇ ਕਿਹਾ, ਭਰਾਵੋ, ਤੁਸੀਂ ਮੈਨੂੰ ਵੇਚ ਦਿੱਤਾ ਸੀ। ਤੁਸੀਂ ਇਸ ਦਾ ਪਛਤਾਵਾ ਨਾ ਕਰੋ, ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਓ, ਕਿਉਂਕਿ ਇਹ ਪਰਮੇਸ਼ਰ ਹੀ ਸੀ ਜਿਸ ਨੇ ਮੈਨੂੰ ਪਹਿਲਾਂ ਮਿਸਰ ਵਿੱਚ ਭੇਜਿਆ ਅਤੇ ਇਹ ਪੋਜੀਸ਼ਨ ਦਿੱਤੀ ਕਿ ਤੁਹਾਡੀਆਂ ਸਭ ਦੀਆਂ ਜਾਨਾਂ ਬਚ ਜਾਣ, ਮਿਸਰ ਦੇ ਲੋਕ ਬਚ ਜਾਣ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਉਤਪਤ ਦਾ ਗ੍ਰੰਥ ਚੈਪਟਰ 50 ਤੇ 20 ਆਇਤ, ਜੈਨਸਿਸ ਚੈਪਟਰ 50 ਵਰਸ 20। ਮੇਰੇ ਭੈਣ ਪ੍ਰਭੂ, ਇਹ ਪ੍ਰਭੂ ਹੀ ਹੈ, ਪ੍ਰਭੂ ਪਰਮੇਸ਼ਰ ਹੀ ਹੈ ਜੋ ਬੁਰਾਈ ਨੂੰ ਭਲਾਈ ਵਿੱਚ ਬਦਲ ਸਕਦਾ ਹੈ। ਇਸ ਲਈ ਮੇਰੇ ਭੈਣ ਪ੍ਰਭੂ, ਪਿਤਾ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਕਰੋ। ਪ੍ਰਭੂ ਪਰਮੇਸ਼ਰ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਬਰਕਤਾਂ ਦੇ ਨਾਲ ਮਾਲੋ ਮਾਲ ਕਰੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ। ਹੁਣ ਅਸੀਂ ਸੰਤ ਮਤੀ ਦੀ ਅੰਜੀਲ ਚੈਪਟਰ 10 7 ਤੋਂ 15 ਆਇਤਾਂ ਪੜ੍ਹਾਂਗੇ। ਸੈਂਟ ਮੈਥਿਊ ਚੈਪਟਰ 10 verses 7 till 15. Jesus sent out the 12 apostles with these instructions. ਪ੍ਰਭੂ ਯਿਸੂ ਨੇ ਆਪਣੇ
12 ਚੇਲਿਆਂ ਨੂੰ ਹਦਾਇਤਾਂ ਦੇ ਕੇ ਪ੍ਰਚਾਰ ਕਰਨ ਲਈ ਭੇਜਿਆ। ਉਸਨੇ ਕਿਹਾ, ਜਾਓ ਪ੍ਰਚਾਰ ਕਰੋ, ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਿੰਦਾ ਕਰਨਾ, ਕੋੜੀਆਂ ਨੂੰ ਸ਼ੁੱਧ ਕਰਨਾ ਅਤੇ ਭੂਤਾਂ ਨੂੰ ਕੱਢਣਾ ਤੁਸੀਂ ਬਿਨਾਂ ਮੁੱਲ ਦੇ ਪ੍ਰਾਪਤ ਕੀਤਾ ਹੈ। ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦਿਓ। ਆਪਣੇ ਖਿੱਸੇ ਵਿੱਚ ਕੋਈ ਪੈਸਾ ਨਾ ਲੈਣਾ, ਨਾ ਸੋਨਾ ਅਤੇ ਨਾ ਹੀ ਚਾਂਦੀ ਦਾ ਅਤੇ ਨਾ ਹੀ ਤਾਂਬੇ ਦਾ, ਨਾ ਹੀ ਆਪਣੇ ਨਾਲ ਝੋਲੀ, ਇੱਕ ਤੋਂ ਵੱਧ ਕੁੜਤਾ, ਜੁੱਤੀ ਅਤੇ ਲਾਠੀ ਲੈਣਾ। ਕੰਮ ਕਰਨ ਵਾਲੇ ਨੂੰ ਭੋਜਨ ਮਿਲਣਾ ਉਸ ਦਾ ਹੱਕ ਹੈ। ਜਦੋਂ ਤੁਸੀਂ ਕਿਸੇ ਸ਼ਹਿਰ ਜਾਂ ਪਿੰਡ ਦੇ ਲਾਗੇ ਪਹੁੰਚੋ ਤਾਂ ਉਸ ਵਿੱਚ ਜਾਓ ਅਤੇ ਦੇਖੋ ਕਿ ਉੱਥੇ ਤੁਹਾਡਾ ਸਵਾਗਤ ਕਰਨ ਵਾਲਾ ਕੋਈ ਹੈ ਜਾਂ ਨਹੀਂ। ਫਿਰ ਉਸ ਨਾਲ ਉਸ ਥਾਂ ਤੋਂ ਵਿਦਾ ਹੋਣ ਤੱਕ ਠਹਿਰਨਾ। ਜਦੋਂ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਸਭ ਤੋਂ ਪਹਿਲਾਂ ਕਹੋ, ਤੁਹਾਨੂੰ ਸ਼ਾਂਤੀ ਮਿਲੇ। ਜੇਕਰ ਉਸ ਘਰ ਦੇ ਲੋਕੀ ਇਸ ਦੇ ਲਾਇਕ ਹੋਣਗੇ ਤਾਂ ਤੁਹਾਡੀ ਸ਼ਾਂਤੀ ਉਹਨਾਂ 'ਤੇ ਠਹਿਰੇਗੀ, ਪਰ ਜੇਕਰ ਉਹ ਇਸ ਦੇ ਲਾਇਕ ਨਹੀਂ ਹੋਣਗੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਕੋਈ ਘਰ ਜਾਂ ਨਗਰ ਵਿੱਚ ਤੁਹਾਡਾ ਸਵਾਗਤ ਨਾ ਕਰੇ ਜਾਂ ਤੁਹਾਡਾ ਉਪਦੇਸ਼ ਨਾ ਸੁਣੇ ਤਾਂ ਉਸ ਥਾਂ ਨੂੰ ਛੱਡ ਦਿਓ ਅਤੇ ਆਪਣੇ ਪੈਰਾਂ ਦਾ ਘੱਟਾ ਵੀ ਝਾੜ ਦਿਓ। ਯਾਦ ਰੱਖੋ, ਨਿਆਂ ਵਾਲੇ ਦਿਨ ਪਰਮੇਸ਼ਰ ਇਸ ਨਗਰ ਦੇ ਲੋਕਾਂ ਦੀ ਬਜਾਏ ਸਦੋਮ ਅਤੇ ਅਮੋਰਾ ਦੇ ਲੋਕਾਂ 'ਤੇ ਜ਼ਿਆਦਾ ਰਹਿਮ ਕਰੇਗਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨਾ ਅਤੇ ਸੁਣਨ ਵਾਲੇ ਸਭ ਭੈਣਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਨੇ ਆਪਣੇ 12 ਰਸੂਲਾਂ ਨੂੰ ਚੁਣ ਕੇ ਅਧਿਕਾਰ ਦੇ ਕੇ ਕਿਹਾ, ਜਾਓ ਅਤੇ ਪ੍ਰਚਾਰ ਕਰੋ, ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਅਤੇ ਵਿਸ਼ਵਾਸੀਆਂ ਦੇ ਦਿਲਾਂ ਵਿੱਚ ਪਹਿਲਾਂ ਹੀ ਆਪਣਾ ਰਾਜ ਸ਼ੁਰੂ ਕਰ ਦਿੱਤਾ ਹੈ। ਇੱਕ ਦਿਨ ਆਏਗਾ, ਸੰਸਾਰ ਦੇ ਸਭ ਲੋਕ ਪੂਰੀ ਤਰ੍ਹਾਂ ਸਵਰਗੀ ਰਾਜ ਅਨੁਭਵ ਕਰਨਗੇ। ਫਿਰ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਨਸ਼ਟ ਕੀਤਾ ਜਾਵੇਗਾ ਅਤੇ ਹਰ ਇੱਕ ਪਰਮੇਸ਼ਰ ਦੇ ਪ੍ਰੇਮੀ ਸ਼ਾਂਤੀ ਨਾਲ ਇੱਕ ਦੂਜੇ ਨਾਲ ਰਹਿਣਗੇ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਦੂਜਿਆਂ ਲੋਕਾਂ ਨੂੰ ਪਰਮੇਸ਼ਰ ਦਾ ਵਚਨ ਸੁਣਾਉਣ ਲਈ ਹਦਾਇਤਾਂ ਦਿੱਤੀਆਂ ਸਨ। ਸਾਨੂੰ ਸਭ ਨੂੰ ਵੀ ਅੱਜ ਦੇ ਸਮੇਂ ਇਹੀ ਹਦਾਇਤਾਂ ਪ੍ਰਭੂ ਯਿਸੂ ਦੇ ਰਹੇ ਹਨ ਕਿ ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਿਉਂਦੇ ਕਰਨਾ, ਕੋੜੀਆਂ ਨੂੰ ਸ਼ੁੱਧ ਕਰਨਾ ਅਤੇ ਭੂਤਾਂ ਨੂੰ ਕੱਢਣਾ ਤੁਸੀਂ ਬਿਨਾਂ ਮੁੱਲ ਦੇ ਪ੍ਰਾਪਤ ਕੀਤਾ ਹੈ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਪਿਤਾ ਪਰਮੇਸ਼ਰ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੰਦਾ, ਮੁਫਤ ਦਿੰਦਾ ਹੈ। ਇਸੇ ਲਈ ਪ੍ਰਭੂ ਨੇ ਕਿਹਾ ਕਿ ਤੁਸੀਂ ਇਹ ਸਭ ਕੁਝ ਬਿਨਾਂ ਮੁੱਲ ਦੇ ਪ੍ਰਾਪਤ ਕੀਤਾ ਹੈ। ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦੇਵੋ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਆਪਣੀਆਂ ਬਰਕਤਾਂ ਨਾਲ ਭਰਪੂਰ ਕੀਤਾ ਹੈ। ਸਾਨੂੰ ਵੀ ਦੂਜਿਆਂ ਆਪਣੇ ਲੋੜਵੰਦ ਭੈਣ ਭਰਾਵਾਂ ਨੂੰ ਪ੍ਰਭੂ ਦਾ ਵਚਨ ਸੁਣਾਉਣ ਲਈ ਸਮਾਂ ਕੱਢਣਾ ਹੈ। ਪਿਆਰ ਨਾਲ, ਦਿਲੋਂ ਖੁਸ਼ ਹੋ ਕੇ ਦਾਨ ਦੇ ਤੌਰ 'ਤੇ ਉਹਨਾਂ ਨੂੰ ਕੁਝ ਦੇਣਾ ਹੈ। ਪ੍ਰਭੂ ਯਿਸੂ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਪ੍ਰਭੂ ਦਾ ਕੰਮ ਕਰਦੇ ਹਨ, ਜਿਹੜੇ ਦੂਜਿਆਂ ਦੀ ਰੂਹਾਨੀ ਸੇਵਾ, ਸਪਿਰਿਚੁਅਲੀ ਸਰਵਿਸ ਕਰਦੇ ਹਨ। ਇਸ ਦੇ ਬਦਲੇ ਉਹਨਾਂ ਨੂੰ ਖਾਣ ਲਈ ਭੋਜਨ ਚਾਹੀਦਾ ਹੈ। ਸਾਨੂੰ ਪ੍ਰਚਾਰ ਕਰਨ ਵਾਲੇ ਭੈਣ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ, ਜਿਹੜੇ ਤੁਹਾਡੀ ਸੇਵਾ ਕਰਨ ਰਾਹੀਂ ਪਰਮੇਸ਼ਰ ਦੀ ਸੇਵਾ ਕਰਦੇ ਹਨ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ। ਕੋਰਿੰਥੀਅਨ ਦਾ ਪਹਿਲਾ ਖੱਤ ਚੈਪਟਰ 9 ਤੇ 10 ਆਇਤਾਂ। ਪਹਿਲਾ ਖੱਤ ਤਿਮੋਥੀਅਸ ਚੈਪਟਰ 5 ਤੇ 17 ਆਇਤ। First letter of Corinthians chapter 9 verses 9 and 12. First letter of Timothy chapter 5 verse 17. ਮੇਰੇ ਭੈਣ ਭਰਾਵੋ, ਅਸੀਂ ਸੰਤ ਮਰਕਸ ਦੀ ਇੰਜੀਲ ਵਿੱਚ ਵੀ ਪੜ੍ਹ ਸਕਦੇ ਹਾਂ, ਚੈਪਟਰ 6 ਦੀ 8 ਆਇਤ ਵਿੱਚ। ਸੰਤ ਮਰਕਸ ਨੇ ਆਪਣੀ ਇੰਜੀਲ ਵਿੱਚ ਸੋਟੀ ਲੈਣ ਲਈ ਕਿਹਾ ਹੈ
ਆਪਣੇ ਚੇਲਿਆਂ ਨੂੰ, ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਸੋਟੀ ਲੈਣ ਲਈ ਕਿਹਾ। ਅਤੇ ਸੰਤ ਮਤੀ ਦੀ ਇੰਜੀਲ ਵਿੱਚ, ਸੰਤ ਲੂਕਾ ਦੀ ਇੰਜੀਲ ਵਿੱਚ ਪ੍ਰਭੂ ਯਿਸੂ ਨੇ ਦੱਸਿਆ, ਆਪਣੇ ਚੇਲਿਆਂ ਨੂੰ ਦੱਸਿਆ ਕਿ ਤੁਸੀਂ ਸੋਟੀ ਜਾਂ ਲਾਠੀ ਨਹੀਂ ਲੈਣੀ। ਪ੍ਰਭੂ ਯਿਸੂ ਦਾ ਚੇਲਿਆਂ ਨੂੰ ਕਹਿਣ ਦਾ ਭਾਵ ਇਹ ਸੀ ਕਿ ਤੁਸੀਂ ਆਪਣੇ ਨਾਲ ਜੁੱਤੀ, ਲਾਠੀ ਜਾਂ ਝੋਲੀ ਇੱਕ ਤੋਂ ਵੱਧ ਜੋੜਾ ਨਹੀਂ ਲੈਣਾ। ਇਸ ਦਾ ਮੁੱਖ ਉਦੇਸ਼ ਇਹ ਸੀ ਕਿ ਚੇਲੇ ਬਾਹਰ ਜਾ ਕੇ ਪ੍ਰਭੂ ਪਰਮੇਸ਼ਰ ਦਾ ਕੰਮ ਕਰਨ ਅਤੇ ਯਾਤਰਾ ਕਰਨ ਲਈ ਤਿਆਰ ਰਹਿਣ, ਨਾ ਕਿ ਵਾਧੂ ਸਮਾਨ ਚੁੱਕਣ ਲਈ ਪਰੇਸ਼ਾਨ ਹੋ। ਪ੍ਰਭੂ ਪਰਮੇਸ਼ਰ ਦਾ ਪ੍ਰਚਾਰ ਪੂਰੀ ਆਜ਼ਾਦੀ ਨਾਲ ਕਰਨ, ਬੇਫਿਕਰ ਹੋ ਕੇ ਪਰਮੇਸ਼ਰ ਦਾ ਵਚਨ ਸੁਣਨ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪੈਰਾਂ ਦੀ ਧੂੜ ਚਾੜਨ ਲਈ ਕਿਉਂ ਕਿਹਾ ਜਦੋਂ ਉਹਨਾਂ ਦਾ ਕਿਸੇ ਸ਼ਹਿਰ ਜਾਂ ਘਰ ਦੇ ਲੋਕ ਸਵਾਗਤ ਨਾ ਕਰਨ? ਇਸ ਲਈ ਕਿਉਂਕਿ ਪਵਿੱਤਰ ਅਤੇ ਧਰਮੀ ਯਹੂਦੀ ਪ੍ਰਭੂ ਯਿਸੂ ਦੇ ਸਮੇਂ ਗੈਰ ਯਹੂਦੀ ਲੋਕਾਂ ਦੇ ਸ਼ਹਿਰਾਂ ਵਿੱਚੋਂ ਦੀ ਲੰਘਦੇ ਹੋਏ ਬਾਹਰ ਆ ਕੇ ਵੱਖਰੇ ਹੋ ਕੇ ਦਿਖਾਵਾ ਕਰਨ ਲਈ ਆਪਣੇ ਪੈਰਾਂ ਦੀ ਧੂੜ ਝਾੜਦੇ ਸਨ। ਅਗਰ ਪ੍ਰਭੂ ਯਿਸੂ ਦੇ ਚੇਲੇ ਯਹੂਦੀਆਂ ਦੇ ਸ਼ਹਿਰਾਂ ਵਿੱਚੋਂ ਦੀ ਹੋ ਕੇ ਬਾਹਰ ਆ ਕੇ ਆਪਣੇ ਪੈਰਾਂ ਦੀ ਧੂੜ ਝਾੜਨ ਤਾਂ ਇਸ ਤੋਂ ਉਹ ਵੱਖਰਾ ਦਿਖਾਵਾ ਕਰਦੇ ਸਨ, ਕਿਉਂਕਿ ਯਹੂਦੀ ਲੋਕ ਪ੍ਰਭੂ ਯਿਸੂ ਦੇ ਮੈਸੇਜ ਨੂੰ ਸਵੀਕਾਰ ਨਹੀਂ ਕਰਦੇ ਸਨ ਤਾਂ ਯਿਸੂ ਨੂੰ ਵੀ ਮਸੀਹ ਮੰਨਣ ਤੋਂ ਇਨਕਾਰ ਕਰਦੇ ਸਨ, ਤੇ ਨਾ ਹੀ ਪਰਮੇਸ਼ਰ ਦੇ ਵਚਨਾਂ ਉੱਪਰ ਵਿਸ਼ਵਾਸ ਕਰਦੇ, ਤੇ ਨਾ ਹੀ ਪਰਮੇਸ਼ਰ ਦੇ ਵਚਨਾਂ ਅਨੁਸਾਰ ਕੰਮ ਕਰਦੇ ਸਨ। ਮੇਰੇ ਭੈਣ ਭਰਾਵੋ, ਇਹ ਇਸ਼ਾਰਾ ਲੋਕਾਂ ਨੂੰ ਦਿਖਾਉਂਦਾ ਸੀ ਕਿ ਲੋਕ ਗਲਤ ਰਸਤਾ ਅਪਣਾ ਰਹੇ ਸਨ, ਪਰਮੇਸ਼ਰ ਦੇ ਵਚਨਾਂ ਉੱਪਰ ਵਿਸ਼ਵਾਸ ਨਹੀਂ ਕਰਦੇ ਸਨ, ਆਪਣੇ ਹੀ ਨਿੱਜੀ ਨਿਯਮਾਂ ਨੂੰ ਮੰਨਦੇ ਸਨ। ਪ੍ਰਭੂ ਯਿਸੂ ਨੂੰ ਚੁਣਨਾ ਇਹ ਉਹਨਾਂ ਲੋਕਾਂ ਲਈ ਬਹੁਤ ਚੰਗਾ ਮੌਕਾ ਹੀ ਸੀ। ਹੋ ਸਕਦਾ ਸੀ ਕਿ ਉਹ ਮੌਕਾ ਫਿਰ ਉਹਨਾਂ ਉੱਪਰ ਦੁਬਾਰਾ ਨਾ ਮਿਲੇ, ਉਹਨਾਂ ਨੂੰ ਦੁਬਾਰਾ ਇਹ ਮੌਕਾ ਨਾ ਮਿਲੇ ਪ੍ਰਭੂ ਦੇ ਵਚਨ ਸੁਣਾਉਣ ਲਈ, ਕਿਉਂ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ। ਜੋ ਵੀ ਉਹਨਾਂ ਉੱਪਰ ਵਿਸ਼ਵਾਸ ਕੀਤਾ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ। ਸਾਨੂੰ ਵੀ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਹੇਠ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਵੀ ਪਰਮੇਸ਼ਰ ਦੀ ਕਿਰਪਾ ਨਾਲ ਚਾਂਸ ਮਿਲੇ, ਸਾਨੂੰ ਕੋਈ ਪ੍ਰਭੂ ਪਰਮੇਸ਼ਰ ਦੇ ਵਚਨ ਸੁਣਾਵੇ ਤੇ ਸਾਨੂੰ ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਸੁਣਨਾ ਹੈ, ਪ੍ਰਭੂ ਦੇ ਅੱਗੇ ਦੁਆ ਕਰਨੀ ਹੈ, ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਮਾਫੀ ਮੰਗਣੀ ਹੈ। ਪ੍ਰਭੂ ਪਰਮੇਸ਼ਰ ਸਾਨੂੰ ਸਭ ਨੂੰ ਜ਼ਰੂਰ ਮਾਫ ਕਰਕੇ ਨਵੀਂ ਜ਼ਿੰਦਗੀ ਦਿੰਦਾ ਹੈ, ਸਾਡੀਆਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਦਾ ਹੈ। ਸਦੋਮ ਅਮੋਰਾ ਦੇ ਸ਼ਹਿਰ ਸਵਰਗ ਤੋਂ ਆਈ ਅੱਗ ਦੁਆਰਾ ਨਸ਼ਟ ਹੋ ਚੁੱਕੇ ਸਨ, ਕਿਉਂਕਿ ਉੱਥੋਂ ਦੇ ਲੋਕ ਬਹੁਤ ਗੁਨਾਹਗਾਰ ਅਤੇ ਪਾਪੀ ਸਨ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਜੈਨਸਿਸ ਚੈਪਟਰ 19 verse 24 and 25, ਉਤਪਤ ਦਾ ਗ੍ਰੰਥ ਚੈਪਟਰ 19 24 ਤੇ 25 ਐਤਾਂ ਵਿੱਚ ਪੜ੍ਹ ਸਕਦੇ ਹਾਂ। ਉਹ ਲੋਕ ਜਿਹੜੇ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣ ਕੇ ਵੀ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦਾ ਹਾਲ ਅੱਗ ਨਾਲ ਨਸ਼ਟ ਕੀਤੇ ਸ਼ਹਿਰਾਂ ਦੇ ਲੋਕਾਂ ਨਾਲੋਂ ਵੀ ਬਹੁਤ ਭੈੜਾ ਹੋਵੇਗਾ, ਕਿਉਂਕਿ ਉੱਥੋਂ ਦੇ ਲੋਕਾਂ ਨੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਕਦੀ ਵੀ ਨਹੀਂ ਸੁਣਿਆ ਸੀ। ਮੇਰੇ ਭੈਣ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ, ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਰਾਜ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ, ਅੱਜ ਦੇ ਸਮੇਂ ਲਈ, ਅੱਜ ਦੇ ਵਚਨਾਂ ਦਾ ਧੰਨਵਾਦ ਕਰਦੇ ਹਾਂ ਭਾਈ ਯਿਸੂ ਜੀ, ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰ ਰਹੇ, ਪ੍ਰਾਰਥਨਾ ਕਰਦੇ ਪਏ ਯਿਸੂ, ਵਿਸ਼ਵਾਸ ਕਰਕੇ ਆਪਦੇ ਅੱਗੇ
ਬੇਨਤੀਆਂ ਕਰਦੇ ਪ੍ਰਭੂ ਯਿਸੂ ਜੀ, ਉਹਨਾਂ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ ਜੀ। ਸਭ ਨੂੰ ਆਪਾਂ ਆਪਣੇ ਵਿਸ਼ਵਾਸ 'ਚ ਪੱਕੇ ਰੱਖਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਣਾ, ਪਵਿੱਤਰ ਆਤਮਾ ਦਾ ਵਰਦਾਨ ਦੇਣਾ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਸਭ ਭੈਣ ਭਰਾਵਾਂ ਦੇ ਘਰਾਂ ਵਿੱਚ ਸ਼ਾਂਤੀ ਦੇਣਾ ਪ੍ਰਭੂ ਯਿਸੂ ਜੀ। ਪਵਿੱਤਰ ਆਤਮਾ ਦਾ ਵਾਸ ਕਰਨਾ ਪ੍ਰਭੂ ਯਿਸੂ ਜੀ। ਸਭ ਭੈਣ ਭਰਾਵਾਂ ਨੂੰ ਹਰ ਬਿਮਾਰੀ ਤੋਂ ਬਚਾ ਰੱਖਣਾ, ਹਰ ਸ਼ੈਤਾਨੀ ਤਾਕਤ ਤੋਂ ਬਚਾ ਰੱਖਣਾ ਪ੍ਰਭੂ ਯਿਸੂ ਜੀ। ਜਦੋਂ ਪ੍ਰਭੂ ਯਿਸੂ ਅਸੀਂ ਬੋਲੀਏ, ਸਾਡੇ ਮੂੰਹ ਦੇ ਵਿੱਚੋਂ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਬੋਲਿਆ ਜਾਵੇ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜੋ ਵੀ ਸਾਡੇ ਭੈਣ ਭਰਾ ਆਪਦਾ ਵਚਨ ਸੁਣ, ਉਹ ਵਿਸ਼ਵਾਸ ਕਰਨ, ਕਿਉਂਕਿ ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ, ਤੁਸੀਂ ਆਦਿ ਅੰਤ ਹੋ, ਤੁਸੀਂ ਆਉਣੇ ਵਾਲੇ, ਤੁਸੀਂ ਪਹਿਲੇ ਤੇ ਅਖੀਰ ਹੋ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਯਿਸੂ ਨਾਮ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਥੈਂਕ ਯੂ ਜੀਸਸ। प्रभु के पितर चरण के दुआ करिए, बेनती करिए। हालेलुया, हालेलुया। थैंक यू जीसस, थैंक यू जीसस। प्रेज द लॉर्ड जीसस। थैंक यू, थैंक यू, थैंक यू, thank you, Almighty God, Heavenly Father. We worship you. Thank you, Lord. You are ever living God. Thank you, Jesus. Glory to Lord. Thank you, Jesus. Thank you, Jesus. You are the Savior of the whole world, Lord Jesus. We love you, trust you. Thank you, Jesus. Thank you, Jesus. We give you thanks for your holy blood, Lord Jesus. Thank you, Jesus. You forgive us our sins and give us a new life, Lord Jesus. Thank you, Jesus. Hallelujah. Hallelujah. Thank you, Jesus. You give us the gift of Holy Spirit, Lord Jesus. Thank you, Jesus. Thank you, Jesus. You give us authority over sickness and evil spirits, Lord Jesus. Thank you, Jesus. Thank you, Jesus. ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਯਿਸੂ ਨਾਮ ਸੀ। ਥੈਂਕ ਯੂ ਪਿਤਾ ਪਰਮੇਸ਼ਰ, ਸਭ ਸ੍ਰਿਸ਼ਟੀ ਦੇ ਰਚਨਹਾਰੇ, ਸਵਰਗ ਧਰਤੀ ਦਾ ਮਾਲਿਕ। ਥੈਂਕ ਯੂ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਆਪਦਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਵਕਤ, ਅੱਜ ਦੇ ਸਮੇਂ, ਅੱਜ ਦੇ ਵਚਨਾਂ 'ਚ ਧੰਨਵਾਦ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ। ਜਿਸ ਦਿਨ ਵੀ ਅਸੀਂ ਭੈਣ ਭਰਾ ਆਪਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਕਰਦੇ ਪ੍ਰਭੂ ਯਿਸੂ, ਸਾਡੇ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਜੀਸਸ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਤੇਰੇ ਨਾਮ ਦੀ, ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਜੀਸਸ। ਆਦੇ ਵਚਨ ਸੱਚੇ ਪਵਿੱਤਰ ਧੰਨ ਪ੍ਰਭੂ ਯਿਸੂ ਨਾਮ ਸੀ। ਆਦੇ ਵਚਨ ਮੁਰਦਿਆਂ ਨੂੰ ਜਿਉਂਦੇ ਕਰਨ ਵਾਲੇ, ਅੰਨ੍ਹਿਆਂ ਨੂੰ ਸੁਜਾਖੇ ਕਰਨ ਵਾਲੇ, ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਤੁਸੀਂ ਕਿਹਾ ਕਿ ਮੈਂ ਪ੍ਰਭੂ ਯਿਸੂ ਤੁਸੀਂ ਕਿਹਾ ਕਿ ਮੈਂ ਆ ਬਿਮਾਰੀਆਂ ਨੂੰ, ਹਰ ਬਿਮਾਰੀਆਂ ਤੋਂ ਸ਼ਿਫਾ ਦੇਣਾ ਹੈ, ਔਰ ਗੁਨਾਹਗਾਰ ਪਾਪੀਆਂ ਨੂੰ ਮਾਫ ਕਰਨ ਲਿਆ ਹੈ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਤੁਸੀਂ ਅੱਗੇ ਆਪਣੇ ਪਾਪਾਂ ਨੂੰ ਛੱਡੋ, ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ, ਔਰ ਸ਼ੁਭ ਸਮਾਚਾਰ ਤੇ ਵਿਸ਼ਵਾਸ ਕਰੋ, ਮੇਰੇ ਪਰ ਵਿਸ਼ਵਾਸ ਕਰੋ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ। ਜਿਸ ਦਿਨ ਸਾਡੇ ਭੈਣ ਭਰਾ ਆਦਿ ਪਰ ਵਿਸ਼ਵਾਸ ਕਰਦੇ, ਕਰਦੇ ਆਦੇ ਪਿੱਤਰ ਚਰਨ ਜਾਣ ਕੇ ਬੇਨਤੀਆਂ ਕਰਦੇ, ਆਦੇ ਪਾਪਾਂ ਤੋਂ ਪਛਤਾਵਾ ਕਰਦੇ ਪ੍ਰਭੂ ਯਿਸੂ, ਉਹਨਾਂ ਸਭ ਭੈਣ ਭਰਾ ਨੂੰ ਮਾਫ ਕਰ ਦੇਣਾ, ਨਵੀਂ ਜ਼ਿੰਦਗੀ ਦੇਣਾ ਪ੍ਰਭੂ ਯਿਸੂ ਜੀ। ਅਸੀਂ ਗੁਨਾਹਗਾਰ ਪਾਪੀ ਇਨਸਾਨ ਪ੍ਰਭੂ ਯਿਸੂ ਨਾਮ ਸੀ, ਸਾਡੇ ਸਭ ਤੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ ਨਾਮ ਸੀ। ਅਸੀਂ ਇਨਸਾਨ ਹੈ, ਕਈ ਵਾਰ ਮੂੰਹ ਚੋਂ ਗਲਤ ਬੋਲ ਜਾਂਦੇ ਹਨ, ਗਲਤ ਸੋਚ ਹੁੰਦਾ, ਗਲਤ ਦੇਖ ਹੋਏਗਾ। ਸਾਨੂੰ ਸਭ ਭੈਣ ਭਰਾ ਨੂੰ ਮਾਫ ਕਰ ਦੇਣਾ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਸਾਲੇ ਯਿਸੂ ਨਾਮ ਸੀ। ਅਸੀਂ ਆਪਦੇ ਪਿੱਤਰ ਚਰਨ ਜਾਣ ਕੇ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਸਭ ਭੈਣ ਭਰਾ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਤੇ ਪਵਿੱਤਰ ਆਤਮਾ ਦਾ ਵਰਦਾਨ ਦਿੱਤਾ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸਾਲੇ ਯਿਸੂ ਨਾਮ ਸੀ। ਸਾਨੂੰ ਪ੍ਰਭੂ ਯਿਸੂ ਨਾਮ ਸੀ ਆਪਦੀ ਸ਼ਕਤੀ ਦਿੱਤੀ ਹੈ, ਆਪਦਾ ਬਲ ਦਿੱਤਾ ਹੈ ਕਿ ਅਸੀਂ ਆਪਣੇ ਬਿਮਾਰ ਭੈਣ ਭਰਾ ਲਈ ਪ੍ਰਾਰਥਨਾ ਕਰ ਸਕੀਏ। ਪ੍ਰਭੂ ਯਿਸੂ ਅਸੀਂ ਯਕੀਨ ਕਰਦੇ ਹਾਂ ਆਪਦੇ ਪਿੱਤਰ ਨਾਮ ਦੇ ਰਾਹੀਂ ਪ੍ਰਭੂ ਯਿਸੂ, ਹਰ ਭੂਤ, ਹਰ ਚੁੜੇਲ ਪ੍ਰਭੂ ਯਿਸੂ ਨਾਮ ਸੀ, ਹਰ ਬਦਰੂਆਂ ਦੂਰ ਹੁੰਦੀਆਂ ਦੌੜਦੀਆਂ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਸਾਲੇ ਯਿਸੂ ਨਾਮ ਸੀ। ਅਸੀਂ ਵਿਸ਼ਵਾਸ ਕਰਕੇ ਆਪਦੇ ਪਿੱਤਰ ਚਰਨ ਦੁਆ ਕਰਦੇ ਹਾਂ, ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ, ਹਸਪਤਾਲ 'ਚ ਬਿਮਾਰ, ਪ੍ਰਭੂ ਯਿਸੂ ਨਾਮ ਸੀ, ਉਹਨਾਂ ਦੀ ਬਿਮਾਰੀਆਂ ਤੋਂ ਉਹਨਾਂ ਨੂੰ ਸ਼ਿਫਾ ਦਿਓ, ਤੰਦਰੁਸਤੀ, ਚੰਗਾਈ ਦਿਓ ਪ੍ਰਭੂ ਯਿਸੂ ਨਾਮ ਸੀ। ਉਹਨਾਂ ਦੀਆਂ ਦਵਾਵਾਂ ਸੁਣੋ, ਪ੍ਰਾਰਥਨਾ ਸੁਣੋ ਮੇਰੇ ਪ੍ਰਭੂ ਯਿਸੂ ਜੀ। ਅਸੀਂ ਆਪਣੇ ਪਾਸਟਰ ਹਰਮਨ ਸਿੰਘ ਦੁਆ ਕਰਦੇ ਹਾਂ, ਜੋ ਵੀ ਸਰੀਰ 'ਚ ਕਮਜ਼ੋਰੀ, ਦੁੱਖ ਹੈ ਪ੍ਰਭੂ ਯਿਸੂ ਨਹੀਂ, ਪਲੀਜ਼ ਯਿਸੂ ਵਾਸਤੇ ਰਹਿਮ ਕਰੋ, ਦਇਆ ਕਰੋ, ਉਹਨੂੰ ਤੰਦਰੁਸਤ, ਚੰਗਾਈ ਦਿਓ ਪ੍ਰਭੂ ਯਿਸੂ ਨਾਮ ਸੀ। ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪਤਾਲ 'ਚ ਕੰਮ ਕਰਨੇ ਭੈਣ ਭਰਾ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਪ੍ਰਭੂ ਯਿਸੂ ਨਾਮ ਸੀ। ਜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਉਹਨਾਂ ਨੂੰ ਖਾਣਾ ਦਿੰਦੇ ਹਨ, ਉਹਨਾਂ ਦੀ ਸਫਾਈ ਕਰਦੇ ਹਨ, ਪਲੀਜ਼ ਯਿਸੂ ਨਾਮ ਸੀ, ਉਹਨਾਂ ਤੇ ਰਹਿਮ ਕਰਨ, ਦਇਆ ਕਰਨੀ, ਹਰ ਬਿਮਾਰੀ ਤੋਂ ਬਚਾ ਕਰਨਾ, ਪਿੱਤਰ ਆਤਮਾ ਹਰੇ ਗਵਾਹੀ ਕਰਨੀ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਅਸੀਂ ਆਪਦੇ ਦੁਆ ਕਰਦੇ ਹਾਂ, ਜੇ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਬਿਸ਼ਪ, ਫਾਦਰ ਲੋਕ, ਸਿਸਟਰਸ, ਪਾਸਟਰ ਲੋਕ, ਧਰਮ ਚਰਚ ਦੇ ਲੀਡਰ ਜੇ ਤੇਰੇ ਨਾਮ ਨੂੰ ਬਤਾਉਂਦੇ ਆ, ਫਲਾਉਂਦੇ ਆ ਯਿਸੂ ਨਾਮ ਸੀ। ਪ੍ਰਭੂ ਯਿਸੂ ਨਾਲ ਸਭ ਤੇ ਰਹਿਮ ਕਰਨ, ਦਇਆ ਕਰੀ, ਕਿਰਪਾ ਕਰਨੀ, ਪਿੱਤਰ ਆਤਮਾ ਹਰੇ ਗਵਾਹੀ ਕਰਨੀ, ਹਰ ਬਿਮਾਰੀ ਤੋਂ ਬਚਾ ਕਰਨਾ, ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਸਾਲੇ ਯਿਸੂ ਨਾਮ ਸੀ। ਅਸੀਂ ਦੁਆ ਕਰਦੇ ਹਾਂ ਸਾਡੇ ਗਰੀਬ ਲੋੜਵੰਦ ਭੈਣ ਭਰਾ ਯਿਸੂ ਨਾਮ ਸੀ, ਪਲੀਜ਼ ਉਹਨਾਂ ਦੀ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਾਓ ਯਿਸੂ ਨਾਮ ਦੀ ਮਦਦ ਕਰਾਓ, ਸਹਾਇਤਾ ਕਰਾਓ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਨੂੰ ਖਾਣ ਨੂੰ ਭੋਜਨ ਦੇਣ, ਪਲੀਜ਼ ਯਿਸੂ ਨਾਮ ਦੇ ਕੰਮਾਂ ਕਾਰਾਂ 'ਚ ਬਰਕਤ ਦੇਣਾ, ਉਹਨਾਂ ਦੇ ਘਰ ਵਿੱਚ ਸ਼ਾਂਤੀ ਦੇਣਾ, ਬੱਚਿਆਂ ਦੇ ਰਹਿਮ ਕਰਨ, ਦਇਆ ਕਰਨੀ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਸਾਲੇ ਯਿਸੂ ਨਾਮ ਸੀ। ਅਸੀਂ ਆਪਦੇ ਅੱਗੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਜਿਹਨਾਂ ਭੈਣ ਭਰਾਵਾਂ ਨੇ ਵਿਸ਼ਵਾਸ ਰੱਖ ਕੇ ਆਪਦੇ ਅੱਗੇ ਦੁਆ ਕਰਨ ਲਈ ਆਖਿਆ, ਪ੍ਰਾਰਥਨਾ ਕਰਨ ਲਈ
ਕਰਦੇ ਹਾਂ, ਅਸੀਂ ਉਹਨਾਂ ਸਭ ਭੈਣ ਭਰਾਵਾਂ ਦੀ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਜੋ ਵੀ ਉਹਨਾਂ ਦੁੱਖ ਤਕਲੀਫ ਬਿਮਾਰੀਆਂ ਪਰੇਸ਼ਾਨੀਆਂ ਪ੍ਰਭੂ ਯਿਸੂ ਨਾਮ ਜੀ ਉਹਨਾਂ ਦੇ ਘਰ ਵਿੱਚ ਸ਼ਾਂਤੀ ਦੇਣੀ, ਉਹ ਹਰ ਬਿਮਾਰੀ ਤੋਂ ਉਹਨੂੰ ਤੰਦਰੁਸਤ ਚੰਗਾਈ ਦੇਣੀ ਯਿਸੂ ਨਾਮ ਜੀ, ਉਹਨਾਂ ਦੀ ਪਰੇਸ਼ਾਨੀਆਂ ਨੂੰ ਉਹਨਾਂ ਦੂਰ ਕਰਨਾ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਮ ਜੀ, ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ ਨਾਮ ਜੀ। ਥੈਂਕ ਯੂ ਪ੍ਰਭੂ। ਸਕੂਲ ਦੇ ਛੋਟੇ ਬੱਚਿਆਂ ਦੀ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਸਕੂਲ ਦੇ ਟੀਚਰਾਂ ਦੀ ਦੁਆ ਕਰਦੇ ਹਾਂ ਯਿਸੂ ਇਹ ਸਭ ਬਿਮਾਰੀਆਂ ਤੋਂ ਉਹਨਾਂ ਨੂੰ ਬਚਾ ਕਰਨ ਯਿਸੂ ਨਾਮ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਮ ਜੀ। ਜਿੰਨੇ ਵੀ ਭੈਣ ਭਰਾ ਵਿਸ਼ਵਾਸ ਕਰ ਰਹੇ ਦੁਆਵਾਂ ਕਰਦੇ ਬੇਨਤੀ ਕਰਦੇ ਯਿਸੂ ਨਾਮ ਜੀ, ਇਹ ਜੋ ਗੰਭੀਰ ਬਿਮਾਰੀਆਂ ਹਨ ਇਹਨਾਂ ਬਿਮਾਰੀਆਂ ਨੂੰ ਤੁਸੀਂ ਆਪਦੇ ਸਾਹ ਦੇ ਨਾਲ ਆਪਦੇ ਪਿੱਤਰ ਸ਼ਕਤੀ ਨਾਲ ਪਰ ਯਿਸੂ ਇਸ ਬਿਮਾਰੀਆਂ ਨੂੰ ਨਸ਼ਟ ਕਰ ਦਿਓ ਔਰ ਨਰਕ ਦੇ ਵਿੱਚ ਸੁੱਟ ਦਿਓ ਯਿਸੂ ਨਾਮ ਜੀ। ਇਸ ਬਿਮਾਰੀਆਂ ਦੇ ਕਾਰਨ ਸਾਡੇ ਗਰੀਬ ਲੋੜਵੰਦ ਭੈਣ ਭਰਾ ਬਹੁਤ ਪੀੜਤ ਹੋ ਰਹੇ ਹਨ ਯਿਸੂ ਨਾਮ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਮ ਜੀ। ਅਸੀਂ ਵਿਸ਼ਵਾਸ ਕਰਦੇ ਦੁਆ ਕਰਦੇ ਬੇਨਤੀ ਕਰਦੇ ਹਾਂ ਤੁਸੀਂ ਸਾਡੀ ਸਭ ਦੀ ਦੁਆ ਸੁਣਦੇ ਹੋ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਸਾਡੀ ਪ੍ਰਾਰਥਨਾ ਸੁਣਨਾ ਕਬੂਲ ਕਰਨਾ ਆਪਦੇ ਪਿੱਤਰ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰੇ ਮੰਗਦੇ ਹਾਂ, ਆਮੀਨ ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। प्रभु यीशु मसीह ਦੀ ਸਿਖਾਈ ਪ੍ਰਾਰਥਨਾ ਆਵਰ ਲੋਰਡਸ ਪ੍ਰੇਅਰ। ਇਹ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮੈਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹੀ ਕੁਦਰਤ ਤੇ ਜਲਾਲ ਸਦਾ ਹਮੇਸ਼ਾ ਆਪਦੇ ਹਨ, ਆਮੀਨ। ਮਾਂ ਮਰੀਮ, ਸਾਰੇ ਸੰਤਾਂ ਤੇ ਫਰਿਸ਼ਤਿਆਂ ਨੂੰ, ਸੰਤ ਰੀਮਾ ਟਰੀਜ਼ਾ, ਸੰਤ ਯੂਸੁਫ, ਸੰਤ ਮਾਈਕਲ, ਅਸੀਂ ਸਭ ਸੰਤਾਂ ਨੂੰ ਸਿਫਾਰਿਸ਼ ਕਰਦੇ ਹਾਂ ਕਿ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨ ਜੇ ਸਾਡੇ ਭੈਣ ਭਰਾ ਇਸ ਸੰਸਾਰ ਵਿੱਚ ਪ੍ਰਚਾਰ ਕਰਦੇ ਹਨ, ਪ੍ਰਭੂ ਦਾ ਨਾਮ ਨੂੰ ਵਧਾਉਂਦੇ ਹਨ, ਫੈਲਾਉਂਦੇ ਹਨ। ਪਲੀਜ਼ ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰੇ, ਦਇਆ ਕਰੇ, ਹਰ ਬਿਮਾਰੀ ਤੋਂ ਬਚਾ ਕੇ ਰੱਖੇ, ਪਵਿੱਤਰ ਆਤਮਾ ਦੀ ਅਗਵਾਈ ਕਰੇ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਲਾਮ ਹੈ ਮਰੀਮ ਫਰੀਨਾ ਪਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਹਨਾ ਨਾਲ ਤਾਹਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਤਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐ ਮੇਰੇ ਨੇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਤੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਕਿਰਪਾ, ਦਇਆ ਤੇ ਸ਼ਾਂਤੀ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਗੋਡ ਬਲੈਸ ਯੂ। ਬਾਪ ਬੇਟਾ ਤਰੂਪਾ ਨਾਮ ਤੇ, ਆਮੀਨ।